ਗੁਰੂ ਪਿਆਰਿਓ, ਜਦੋਂ ਕੋਈ ਵੀ ਅਸੀਂ ਕੰਮ ਕਰਨਾ ਹੋਵੇ, ਉਹਨੂੰ ਕਰਨ ਦੀ ਕੋਈ ਵਿਧੀ ਹੁੰਦੀ ਆ, ਤਰੀਕਾ ਹੁੰਦਾ, ਮਰਿਆਦਾ ਹੁੰਦੀ ਆ। ਚਾਹੇ ਉਹ ਨਿਤਨੇਮ ਕਰਨਾ, ਬਾਣੀ ਪੜ੍ਹਨੀ ਆ, ਕੀਰਤਨ ਕਰਨਾ ਜਾਂ ਸੁਣਨਾ, ਜਾਂ ਫਿਰ ਜੋਤ ਜਗਾਉਣੀ ਆ। ਘਰਾਂ ਦੇ ਵਿੱਚ ਅਕਸਰ ਹੀ ਗੁਰੂ ਦੇ ਸਿੱਖ ਆ ਜਿਹੜੇ ਜਾਂ ਬੀਬੀਆਂ ਹਨ, ਉਹ ਜੋਤ ਜਿਹੜੀ ਆ ਜਗਾਉਂਦੇ ਆ। ਪਰ ਅਸੀਂ ਵੇਖਦੇ ਹਾਂ ਕਈ ਵਾਰ ਸਾਡੇ ਤੋਂ ਅਣਜਾਣਪੁਣੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ, ਜਿਹਦੇ ਕਰਕੇ ਅਸੀਂ ਕਹਿੰਦੇ ਅਸੀਂ ਆਪਣਾ ਕਰਮ ਤਾਂ ਕੀਤਾ, ਪਰ ਸਾਨੂੰ ਉਹਦਾ ਫਲ ਨਹੀਂ ਮਿਲਿਆ। ਜਿੰਨੇ ਵੀ ਧਾਰਮਿਕ ਸਥਾਨ ਆ, ਅੱਜ ਇਤਿਹਾਸਕ ਸਥਾਨ ਆ, ਉੱਥੇ ਵੀ ਜੋਤ ਜਗਦੀ ਆ। ਸ਼ਹੀਦਾਂ ਦੇ ਪਹਿਰੇ ਹੁੰਦੇ ਆ, ਜਿਵੇਂ ਕਿ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਉੱਥੇ ਜਦੋਂ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਅਤੇ ਉੱਥੇ ਵੀ ਜੋਤ ਜਿਹੜੀ ਆ ਕੋਈ ਗੁਰਮੁਖ ਪਿਆਰੇ ਜਿਹੜੇ ਸੀ, ਪਿਆਰ ਕਰਨ ਵਾਲੇ ਜਗਾਉਂਦੇ ਰਹੇ ਆ। ਤਾਂ ਇਹ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਰਧਾ ਹੁੰਦੀ ਆ, ਭਾਵਨਾ ਹੁੰਦੀ ਆ। ਪਰ ਕਈ ਵਾਰੀ ਨਾ ਅਸੀਂ ਗਲਤੀਆਂ ਕਰ ਦਿੰਦੇ ਹਾਂ, ਜਿਹੜੀਆਂ ਅਸੀਂ ਜਾਣਬੁੱਝ ਕੇ ਨਹੀਂ ਕਰਦੇ। ਮੈਂ ਇਹ ਕਹੂੰਗਾ ਆਪ ਜੀ ਨੂੰ, ਇੱਥੇ ਮੈਂ ਦੱਸਣਾ ਇਹ ਜ਼ਰੂਰੀ ਸਮਝਦਾ ਵੀ ਸੂਖਮ ਭੁੱਲਾਂ ਵੀ ਹੋ ਜਾਂਦੀਆਂ, ਕਈ ਅਚਨਚੇਤ ਹੋ ਜਾਂਦੀਆਂ, ਜਿਵੇਂ ਸਾਨੂੰ ਨਹੀਂ ਪਤਾ ਹੁੰਦਾ ਵੀ ਉਹ ਭੁੱਲ ਆ, ਪਰ ਹਾਂ ਉਹ ਹੁੰਦੀ ਭੁੱਲ ਆ, ਉਹਦੇ ਕਰਕੇ ਸਾਨੂੰ ਖੁਸ਼ੀਆਂ ਨਹੀਂ ਮਿਲਦੀਆਂ। ਤਾਂ ਆਓ ਆਪਾਂ ਇਹ ਜਾਣਦੇ ਹਾਂ, ਜਦੋਂ ਜਿਹੜੇ ਕਮਰੇ ਵਿੱਚ ਆਪਾਂ ਜੋਤ ਜਗਾਉਂਦੇ ਹਾਂ, ਉੱਥੇ ਸਾਨੂੰ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ, ਉਹਦੇ ਨਾਲ ਕੀ ਕੀ ਹੋ ਸਕਦਾ, ਕੀ ਉਹਦਾ ਨੁਕਸਾਨ ਆ। ਪਰ ਉਸ ਤੋਂ ਪਹਿਲਾਂ ਛੋਟੀ ਜਿਹੀ ਵਿਚਾਰ ਆ, ਤੁਸੀਂ ਕਦੇ ਵਿਚਾਰ ਕਰਿਓ, ਦੁਨਿਆਵੀ ਕੰਮ ਅਸੀਂ ਕਿੰਨੇ ਧਿਆਨ ਦੇ ਨਾਲ, ਰੀਝਾਂ ਦੇ ਨਾਲ ਕਰਦੇ ਹਾਂ, ਇਕਾਗਰ ਚਿੱਤ ਹੋ ਕੇ ਕਰਦੇ ਹਾਂ। ਕੋਈ ਲਿਖਤ ਪੜ੍ਹਤ ਦਾ ਕੰਮ ਹੋਵੇ, ਕੋਈ ਹਿਸਾਬ ਕਿਤਾਬ ਮੇਲਣਾ ਹੋਵੇ, ਆਖਦੇ ਹਾਂ ਭਾਈ ਬੜੇ ਧਿਆਨ ਨਾਲ ਕਰੀਏ, ਨਹੀਂ ਕਿਤੇ ਜੋੜ ਘਟਾਓ ਵਿੱਚ ਫਰਕ ਆ ਜਾਊਗਾ। ਇਸ ਲਈ ਜਦੋਂ ਆਪਾਂ ਗੱਲ ਆਉਂਦੀ ਆ ਇੱਧਰ ਬੰਦਗੀ ਵਾਲੀ ਜਾਂ ਗੁਰੂ ਘਰ ਦੀ ਜਾਂ ਸੇਵਾ ਦੀ, ਕਈ ਵਾਰੀ ਸਾਡਾ ਮਨ ਨਹੀਂ ਲੱਗਦਾ। ਇਵੇਂ ਕਿਤੇ ਇਕਾਗਰਤਾ ਬਣ ਜੇ ਤਾਂ ਉਦੋਂ ਫਿਰ ਬਹੁਤ ਕਿਰਪਾ ਹੋ ਜਾਵੇਗੀ। ਤਾਂ ਆਓ ਜਾਣਦੇ ਹਾਂ ਉਹਨਾਂ ਕੀਮਤੀ ਗੱਲਾਂ ਬਾਰੇ, ਜਿਹੜੀਆਂ ਜੋਤ ਜਗਾਉਣ ਸਮੇਂ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਆ। ਸਭ ਤੋਂ ਪਹਿਲਾਂ ਚੀਜ਼ ਤੁਸੀਂ ਵੇਖੋ, ਦੁਨੀਆ ਕਾਹਦੀ ਖਾਤਰ ਭੱਜੀ ਫਿਰਦੀ ਆ। ਤੁਹਾਡੇ ਸਵਾਲਾਂ ਦੇ ਵਿੱਚ ਹੀ ਉਹਦੇ ਜਵਾਬ ਮਿਲਣਗੇ। ਸੁੱਖਾਂ ਦੀ ਖਾਤਰ। ਸੁੱਖਾਂ ਦੀ ਖਾਤਰ ਕੀ ਹੁੰਦਾ, ਕਈ ਵਾਰੀ ਅਸੀਂ ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਆ, ਉਹਨਾਂ ਕੋਲ ਚਲੇ ਜਾਂਦੇ ਆ, ਉਹ ਸਾਨੂੰ ਕਹਿ ਦਿੰਦੇ ਆ ਤੂੰ ਫਲਾਣੀ ਚੀਜ਼ ਗਲ ਵਿੱਚ ਪਾ ਲਾ, ਹੱਥ ਵਿੱਚ ਪਹਿਨ ਲਾ। ਅਸੀਂ ਉਹੀ ਪਾ ਕੇ ਫਿਰ ਜੋਤ ਜਗਾਉਂਦੇ ਆ। ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਵੀ ਰੱਖਣੀ ਚਾਹੁੰਦੇ ਆ, ਗੁਰੂ ਨੂੰ ਸਲਾਮ ਵੀ ਕਰਦੇ ਆ ਅਤੇ ਜਵਾਬ ਵੀ। ਇਹ ਚੀਜ਼ਾਂ ਪ੍ਰਵਾਨ ਨਹੀਂ ਹੁੰਦੀਆਂ। ਪਹਿਲਾਂ ਮੈਂ ਤੁਹਾਨੂੰ ਦੱਸਦੇ ਹਾਂ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਮਹਾਰਾਜ ਕਹਿੰਦੇ ਆ ਵੀ ਜਿਹੜਾ ਬੰਦਾ ਸਲਾਮ ਵੀ ਕਰੀ ਜਾਂਦਾ, ਜਵਾਬ ਵੀ ਦੇਈ ਜਾਂਦਾ, ਸਜਦਾ ਵੀ ਕਰੀ ਜਾਂਦਾ, ਮੱਥਾ ਵੀ ਟੇਕੀ ਜਾਂਦਾ, ਕਹਿਣਾ ਵੀ ਨਹੀਂ ਮੰਨਦਾ ਗੁਰੂ ਦਾ, ਕੀ ਉਹ ਸੁੱਖ ਪਾ ਸਕਦਾ? ਤੁਸੀਂ ਵੇਖੋ, ਕੁਝ ਲੋਕ ਆ ਜਦੋਂ ਉਹਨਾਂ ਨੂੰ ਗੁਰੂ ਤੋਂ ਕੁਝ ਮਿਲਦਾ ਨਹੀਂ, ਉਹ ਕੀ ਕਰਦੇ ਆ, ਦਰ ਬਦਲ ਲੈਂਦੇ ਆ, ਇਹਨਾਂ ਸਿਆਣਿਆਂ ਕੋਲ ਜਾਣ ਲੱਗ ਜਾਂਦੇ ਆ, ਜਿਨ੍ਹਾਂ ਨੂੰ ਜਿਹੜੇ ਹੁੰਦੇ ਤਾਂ ਕਮਲੇ ਆ, ਪਰ ਲੋਕ ਇਹਨਾਂ ਨੂੰ ਪਤਾ ਨਹੀਂ ਕਿਉਂ ਸਿਆਣੇ ਕਹਿੰਦੇ ਆ। ਅਤੇ ਉਦੋਂ ਫਿਰ ਉਹ ਨਾ ਕੋਈ ਚੀਜ਼ ਦੇ ਦਿੰਦੇ ਆ ਵੀ ਆਹ ਘਰ ਵਿੱਚ ਰੱਖ ਲਓ। ਕਈ ਵਾਰੀ ਅਸੀਂ ਉਹੀ ਚੀਜ਼ ਲਿਆ ਕੇ ਉਹ ਜੋਤ ਵਾਲੇ ਕਮਰੇ ਵਿੱਚ ਰੱਖ ਦਿੰਦੇ ਹਾਂ। ਇਹ ਗਲਤੀ ਕਦੇ ਨਹੀਂ ਕਰਨੀ। ਤੁਹਾਡੇ ਗੁਰੂ ਤੋਂ ਸਿਆਣਾ ਕੋਈ ਨਹੀਂ ਹੋ ਸਕਦਾ। ਮਹਾਰਾਜ ਨੇ 5 ਕਕਾਰ ਦਿੱਤੇ ਆ, ਸਰਬ ਲੋਹ ਦਾ ਕੜਾ ਦਿੱਤਾ, ਗੁਰੂ ਸਾਹਿਬ ਨੇ 5 ਕੱਕੇ ਬਖਸ਼ੇ ਆ। ਤੁਹਾਨੂੰ ਇਹ ਛੱਡ ਕੇ ਕਿੱਧਰੇ ਵੀ ਹੋਰ ਜਾਣ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਜਾਣਦੇ ਹੋ, ਤੁਹਾਡੇ ਤੋਂ ਵੱਡਾ ਮੂਰਖ ਕੋਈ ਨਹੀਂ। ਅਤੇ ਫਿਰ ਜੇ ਤੁਸੀਂ ਉਹ ਚੀਜ਼ ਨੂੰ ਘਰ ਵਿੱਚ ਰੱਖ ਲੈਂਦੇ ਹੋ ਅਤੇ ਕਹਿੰਦੇ ਹੋ ਜੋਤ ਜਗਾ ਕੇ ਸਾਨੂੰ ਸੁੱਖ ਕਿਉਂ ਨਹੀਂ ਮਿਲਦਾ, ਤਾਂ ਇੱਥੇ ਤੁਹਾਡੀ ਇਹ ਮੈਂ ਕਹੂੰਗਾ ਬਚਪਨਾ, ਅਜੇ ਤੁਸੀਂ ਭਾਵ ਕਿ ਸਮਝੇ ਨਹੀਂ ਇਹ ਗੱਲਾਂ ਨੂੰ, ਮਰਿਆਦਾ ਨੂੰ। ਨਾਲੇ ਤਾਂ ਤੁਸੀਂ ਗੁਰੂ ਨੂੰ ਸਲਾਮ ਕਰੀ ਜਾਂਦੇ ਹੋ, ਨਾਲੇ ਜਵਾਬ ਵੀ ਦੇਈ ਜਾਂਦੇ ਹੋ। ਇਹ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ ਜੀ। ਬਹੁਤ ਘਰਾਂ ਦੀ ਇਹ ਕਹਾਣੀਆਂ, ਕਈ ਲੁੱਕ ਛਿਪ ਕੇ ਕਰਦੇ ਆ, ਕਈ ਸ਼ਰੇਆਮ ਕਰ ਦਿੰਦੇ ਨੇ। ਤਾਂ ਮੈਂ ਤੁਹਾਨੂੰ ਇਹ ਮਰਿਆਦਾ ਦੱਸ ਰਿਹਾ ਵੀ ਜੋਤ ਜਗਾਉਣ ਦੀ ਮਰਿਆਦਾ ਕੀ ਆ। ਗੁਰੂ, ਸਾਡਾ ਭਰੋਸਾ ਤੇਰੇ 'ਤੇ ਹੀ ਆ। ਤੂੰ ਹੁਣ ਭਾਵੇਂ ਰਾਜਿਆਂ ਦਾ ਰਾਜਾ ਬਣਾ ਦੇ, ਭਿਖਾਰੀਆਂ ਦਾ ਭਿਖਾਰੀ ਬਣਾ ਦੇ, ਮੈਨੂੰ ਕੋਈ ਫਰਕ ਨਹੀਂ, ਮੈਂ ਤੇਰੀ ਰਜਾ ਵਿੱਚ ਰਾਜੀ ਹਾਂ। ਜੋਤ ਜਗਾਉਣ ਦੇ ਅਰਥ ਕੀ ਆ, ਮੈਂ ਤੇਰਾ ਹੋ ਗਿਆ, ਮੇਰੀ ਟੇਕ ਤੇਰੇ 'ਤੇ ਹੀ ਆ। ਕੁਝ ਲੋਕ ਆ ਜੋਤ ਵੀ ਜਗਾਉਂਦੇ ਆ, ਹੋਰ ਪਾਸੇ ਵੀ ਜਾਈ ਜਾਂਦੇ ਆ। ਕੀੜੀਆਂ ਜਿਹੜੀਆਂ ਆਪਦੀ ਸਰਦਾਰ ਕੀੜੀ ਪਿੱਛੇ ਚੱਲਦੀਆਂ, ਅਤੇ ਸਰਦਾਰ ਕੀੜੀ ਜੇ ਸੱਜੇ ਜਾਂਦੀ, ਉਹਨਾਂ ਦੀ ਜਿਹੜੀ ਸਭ ਤੋਂ ਅੱਗੇ ਕੀੜੀ ਹੁੰਦੀ ਆ, ਜਿੱਧਰ ਜਾਊਗੀ ਖੰਡ ਦਾ ਦਾਣਾ ਲੱਭੂਗੀ, ਨਾਲ ਲੈ ਕੇ ਚੱਲੂ, ਸਾਰੇ ਉਹਦੇ ਪਿੱਛੇ ਜਾਂਦੇ, ਮਰਜ਼ੀ ਨਹੀਂ ਕਰਦੇ।
ਜੰਗਲ ਵਿੱਚ ਹਿਰਨ ਹਿਰਨੀਆਂ 12 ਸਿੰਘਾ ਹਿਰਨ ਦੇ ਪਿੱਛੇ ਚੱਲਦੇ ਆ, ਮਰਜ਼ੀ ਨਹੀਂ ਕਰਦੇ, ਆਪਦੇ ਸਰਦਾਰ ਦਾ ਕਹਿਣਾ ਮੰਨਦੇ ਆ। ਇੱਦਾਂ ਹੀ ਅਸਮਾਨ ਦੇ ਵਿੱਚ ਕੂੰਜਾਂ ਨੇ, ਉੱਡਦੀਆਂ ਨੇ, ਅਤੇ ਜਿਹੜੀ ਸਰਦਾਰ ਕੂੰਜ ਹੁੰਦੀ ਆ ਸਾਰੀਆਂ ਕੂੰਜਾਂ ਉਹਦੇ ਪਿੱਛੇ ਹੀ ਉੱਡਦੀਆਂ ਨੇ, ਮਰਜ਼ੀ ਨਹੀਂ ਕਰਦੀਆਂ। ਬੰਦਾ ਉਹਦੇ ਗੁਰੂ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਪਾਸੇ ਤੁਰਿਆ ਫਿਰਦਾ। ਫਿਰ ਅਸੀਂ ਕਹਿੰਦੇ ਅਸੀਂ ਜੋਤ ਜਗਾਈ ਸੀ ਘਰ ਦੇ ਵਿੱਚ। ਭਾਈ ਉਹ ਜਿਹੜੇ ਸਿਆਣੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਤਾਂਤਰਿਕ ਵੀ ਆ ਉਹਦੇ ਵਿੱਚ, ਉਹਨਾਂ ਨੇ ਵਿੱਦਿਆ ਪੜ੍ਹੀ ਹੁੰਦੀ ਆ ਪਰ ਉਹਦਾ ਗਲਤ ਇਸਤੇਮਾਲ ਕਰਦੇ ਆ। ਬਹੁਤਿਆਂ ਨੇ ਤਾਂ ਪੜ੍ਹੀ ਨਹੀਂ ਹੁੰਦੀ ਵਿੱਦਿਆ, ਉਹ ਤਾਂ ਠੱਗਾਂ ਦੀ ਟੋਲੀ ਹੁੰਦੀ ਆ, ਤੁਹਾਨੂੰ ਲੁੱਟਣ ਵਾਲੇ ਹੁੰਦੇ ਆ, ਅਤੇ ਅਸੀਂ ਉਹਨਾਂ ਦੇ ਗੱਲਾਂ ਵਿੱਚ ਆ ਕੇ ਜਾਲ 'ਚ ਫਸ ਜਾਂਦੇ ਹਾਂ। ਮਹਾਰਾਜ ਦੀ ਬਾਣੀ ਇੰਨੀ ਸਰਲ, ਇੰਨੀ ਵਧੀਆ ਰਹਿਤ ਮਰਿਆਦਾ, ਪਤਾ ਨਹੀਂ ਅਸੀਂ ਕਿਉਂ ਟੁੱਟਦੇ ਜਾ ਰਹੇ ਹਾਂ। ਫਿਰ ਉਹਨਾਂ ਦੀਆਂ ਦਿੱਤੀਆਂ ਚੀਜ਼ਾਂ ਲਿਆ ਕੇ ਘਰ ਵਿੱਚ ਰੱਖ ਲੈਂਦੇ ਹਾਂ, ਉੱਥੇ ਜੋਤ ਜਗਾਈ ਜਾਂਦੇ ਹਾਂ। ਇਵੇਂ ਇਹ ਚੀਜ਼ਾਂ ਤਾਂ ਇਉਂ ਹੋ ਗਈਆਂ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਚੱਲੇ ਬਹੁਤ ਪਹੁੰਚੇ ਕਿੱਧਰੇ ਵੀ ਨਹੀਂ। ਜਿਵੇਂ ਕੋਹਲੂ ਦਾ ਜਿਹੜਾ ਬੈਲ ਬਲਦ ਹੁੰਦਾ, ਉਹਦੇ ਵਾਲੀ ਹਾਲ ਆ ਵੀ ਗੇੜਾ ਤਾਂ ਬਹੁਤ ਦੇਤਾ, ਕਿਲੋਮੀਟਰ ਤਾਂ ਬਥੇਰੇ ਕੱਢਤੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹੁੰਚੇ ਕਿਤੇ ਵੀ ਨਹੀਂ। ਇਹ ਚੀਜ਼ ਤੁਸੀਂ ਖਾਸ ਖਿਆਲ ਰੱਖਣੀ ਆ। ਕਦੇ ਵੀ ਉਹਨਾਂ ਦੁਆਰਾ ਲਿਆਂਦੀ ਚੀਜ਼ ਜਿਹੜੀ ਆ ਰੱਖਣੀ ਨਹੀਂ, ਅਤੇ ਉੱਥੇ ਜਾਣਾ ਹੀ ਨਹੀਂ। ਜੇ ਜਾਓਗੇ ਤਾਂ ਰੱਖੋਗੇ। ਤਾਂ ਇਹ ਜਾੜੀ ਪੁੱਟ ਦਿਓ ਵੀ ਅਸੀਂ ਗੁਰੂ ਤੋਂ ਬਿਨਾਂ ਰਜਾ ਵਿੱਚ ਹੀ ਰਹਿਣਾ, ਭਾਵ ਗੁਰੂ ਤੋਂ ਸਾਨੂੰ ਭਾਵੇਂ ਡੋਬ ਦੇ ਭਾਵੇਂ ਤਾਰ ਦੇ, ਅਸੀਂ ਤੇਰੇ ਹੀ ਹਾਂ। ਬਾਬਾ ਨੰਦ ਸਿੰਘ ਜੀ ਦੇ ਬਚਨ ਆ ਨਾ, ਗੁਰੂ ਕੋਲੋਂ ਕੀ ਮੰਗਣਾ, ਗੁਰੂ ਮੈਨੂੰ ਆਪਣਾ ਬਣਾ ਲਾ। ਇਹ ਮਹਾਂਪੁਰਖਾਂ ਦਾ ਬੜਾ ਕੀਮਤੀ ਬਚਨ ਆ। ਤਾਂ ਦੂਜੀ ਚੀਜ਼ ਕਿਹੜੀ ਆ ਹੁਣ, ਜਿੱਥੇ ਅਸੀਂ ਕਈ ਵਾਰੀ ਜੋਤ ਜਗਾਉਂਦੇ ਹਾਂ ਅਣਹੋਣੀ ਘਟਨਾ ਵਾਪਰਦੀ ਆ। ਕਿਵੇਂ? ਕਈ ਵਾਰੀ ਜਿਹੜੀ ਅਗਰਬੱਤੀ ਹੁੰਦੀ ਆ, ਅਗਰਬੱਤੀਆਂ ਦੇ ਜਿਹੜੇ ਕਾਗਜ਼ ਹੁੰਦੇ ਆ ਉੱਪਰ, ਪੋਲੀਥੀਨ ਹੁੰਦਾ, ਉਹ ਮੋਮੀ ਕਾਗਜ਼ ਹੁੰਦਾ, ਉਹਨੂੰ ਅੱਗ ਬੜੀ ਛੇਤੀ ਪੈਂਦੀ ਆ। ਇਹ ਸੂਖਮ ਰੂਪ ਦੇ ਵਿੱਚ ਹੁੰਦੀਆਂ ਚੀਜ਼ਾਂ, ਗਲਤੀਆਂ ਹੋਈਆਂ ਨੇ, ਦੁਰਘਟਨਾ ਵੀ ਹੋਈ ਹੈ ਇਹ ਚੀਜ਼ ਨੂੰ ਲੈ ਕੇ। ਮੈਂ ਤਾਂ ਇੱਥੇ ਆਪ ਜੀ ਨੂੰ ਦੱਸ ਰਿਹਾ। ਉਹ ਮੋਮੀ ਕਾਗਜ਼ ਜਿਹੜੇ ਹੁੰਦੇ ਆ ਉਹਨਾਂ 'ਤੇ ਤਾਂ ਬੜੀ ਛੇਤੀ ਉਹਨਾਂ ਨੂੰ ਅੱਗ ਲੱਗਦੀ ਹੈ। ਇਹ ਕਦੇ ਵੀ ਭੁੱਲ ਕੇ ਜੋਤ ਦੇ ਨੇੜੇ ਨਹੀਂ ਰੱਖਣੇ, ਅਤੇ ਧਿਆਨ ਰੱਖਣਾ ਕਿ ਕੋਈ ਕੱਪੜਾ ਤਾਂ ਨਹੀਂ ਛੂਹ ਰਿਹਾ। ਪੋਥੀ ਸਾਹਿਬ ਨੂੰ ਜਦੋਂ ਰੱਖਣਾ ਹੈ, ਗੁਟਕਾ ਸਾਹਿਬ ਨੂੰ ਜਦੋਂ ਰੱਖਣਾ ਹੈ, ਵਧੀਆ, ਕਿਉਂਕਿ ਆਪਾਂ ਹੋਰ ਚੀਜ਼ਾਂ 'ਤੇ ਪੈਸੇ ਖਰਚਦੇ ਹੀ ਹਾਂ। ਲੱਕੜ ਦੀ ਅਲਮਾਰੀ ਹੁੰਦੀ ਆ ਜੋ ਬੰਦ ਹੁੰਦੀ ਹੋਵੇ, ਜਾਂ ਜਿਹਦੇ ਉੱਪਰ ਸ਼ੀਸ਼ਾ ਲੱਗਦਾ ਹੋਵੇ, ਵਧੀਆ ਬਣਾ ਕੇ ਉਹ ਕਮਰੇ ਵਿੱਚ ਸਜਾਉਣੀ ਹੈ। ਕਈ ਗਰੀਬ ਘਰ ਵੀ ਹੈਗੇ ਆ, ਉਹ ਨਹੀਂ ਇੰਨਾ ਕਰ ਸਕਦੇ, ਪਰ ਉਹਨਾਂ ਦੀ ਸ਼ਰਧਾ ਬਹੁਤ ਹੁੰਦੀ ਆ। ਉਹ ਜਿਸ ਕਮਰੇ ਵਿੱਚ ਸੌਂਦੇ ਆ ਉਸੇ ਕਮਰੇ ਵਿੱਚ ਹੀ ਜੋਤ ਜਗਾਉਂਦੇ ਆ, ਉੱਥੇ ਹੀ ਖਾਂਦੇ ਪੀਂਦੇ ਆ। ਉਹਨਾਂ ਨੂੰ ਉਹ ਕਮਰੇ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ। ਜਾਂ ਉਹ ਜਿਹੜਾ ਕਮਰੇ ਦਾ ਖੂੰਜਾ ਹੈ ਜਿੱਥੇ ਜੋਤ ਆਪਾਂ ਲਾਉਂਦੇ ਆ ਇੱਕ ਪਾਸੇ, ਉਹ ਕਮਰੇ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ, ਉੱਥੇ ਪੋਚਾ ਵਗੈਰਾ ਲਾਉਣਾ ਚਾਹੀਦਾ ਹੈ। ਸੁਚਮਤਾ ਬੜੀ ਜ਼ਰੂਰੀ ਹੈ। ਸਫਾਈ, ਖੁਦਾਈ, ਇਹਨਾਂ ਚੀਜ਼ਾਂ ਦਾ ਆਪਸ ਵਿੱਚ ਬਹੁਤ ਵੱਡਾ ਮੇਲ ਆ ਜੀ। ਜੇ ਅਸੀਂ ਸਫਾਈ ਨਹੀਂ ਕਰਾਂਗੇ ਅਤੇ ਜਿਹੜੀ ਜੋਤ ਜਗਾਉਂਦੇ ਆ ਉਹ ਬਰਤਨ ਦੀ ਸਫਾਈ ਨਹੀਂ ਕਰਾਂਗੇ, ਫਿਰ ਅਸੀਂ ਕਿਵੇਂ ਖੁਸ਼ੀ ਪ੍ਰਾਪਤ ਕਰਾਂਗੇ ਜੀ ਵਾਹਿਗੁਰੂ ਤੋਂ? ਨਹੀਂ ਅਸੀਂ ਦਾਤਾਂ ਲੈ ਸਕਦੇ। ਤਾਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਬੱਧਾ ਚੱਟੀ ਜੀ ਨਹੀਂ ਕਰਨੀ ਆਪਾਂ, ਵੀ ਕੰਮ ਕਰਨਾ ਵੀ ਆ ਅਤੇ ਉਹ 'ਚ ਮੇਰਾ ਮਨ ਵੀ ਨਹੀਂ। ਇਹੋ ਜਿਹਾ ਕੰਮ ਕਰਕੇ ਤਾਂ ਕਦੇ ਸਫਲਤਾ ਬੰਦੇ ਨੂੰ ਭੁੱਲ ਜਾਓ ਵੀ ਮਿਲ ਜੂਗੀ, ਨਹੀਂ ਜੀ, ਮਿਲ ਹੀ ਨਹੀਂ ਸਕਦੀ। ਇਹ ਤੁਸੀਂ ਭੁੱਲ ਹੀ ਜਾਓ ਵੀ ਇਵੇਂ ਦਾ ਕੰਮ ਕਰਕੇ ਵੀ ਅੱਧਾ ਮਨ ਹੈ ਉਹ 'ਚ ਅੱਧਾ ਨਹੀਂ, ਵੀ ਤੁਹਾਡੇ ਕਾਰਜ ਰਾਸ ਹੋ ਜਾਣਗੇ। ਨਹੀਂ ਜੀ, ਇਹ ਤਾਂ ਬੱਧਾ ਚੱਟੀ ਹੋ ਗਈ। ਕੰਮ ਮੈਂ ਕਰੀ ਜਾਂਦਾ, ਉਹਦੇ ਵਿੱਚ ਮੇਰਾ ਮਨ ਹੀ ਹੈ ਨਹੀਂ। ਤਾਂ ਕਮਰੇ ਦੀ ਸਫਾਈ ਹੋਣੀ, ਉਹ ਜਿਹੜਾ ਖੂੰਜਾ ਹੈ ਜਾਂ ਉਹ ਜੋ ਪਲੇਟ ਹੈ ਜਾਂ ਉਹ ਬਰਤਨ ਹੈ ਜਾਂ ਜਿਸ ਤਰ੍ਹਾਂ ਦੀ ਜੋਤ ਲਾਉਣ ਵਾਸਤੇ ਆਉਂਦੇ ਆ ਬਰਤਨ, ਉਹਨਾਂ ਦੀ ਸਫਾਈ ਹਰ ਰੋਜ਼ ਕਰਨੀ ਬੜੀ ਜ਼ਰੂਰੀ ਹੈ। ਜਿਵੇਂ ਸਰੀਰ ਦੀ ਸਫਾਈ ਜ਼ਰੂਰੀ ਆ, ਉਹਨਾਂ ਦੀ ਵੀ ਸਫਾਈ ਬੜੀ ਜ਼ਰੂਰੀ ਹੈ। ਗੁਰੂ ਸਾਹਿਬ ਸਾਡੇ ਅੱਗੇ ਇਹ ਜਿਹੜੀਆਂ ਚੀਜ਼ਾਂ ਮਹਾਰਾਜ ਆਪਾਂ ਨੂੰ ਦਿੰਦੇ ਆ, ਮਰਿਆਦਾ ਰੱਖਦੇ ਆ। ਕਈ ਵਾਰੀ ਅਸੀਂ ਕਹਿੰਦੇ ਜੀ ਰਹਿਤ ਮਰਿਆਦਾ ਵਿੱਚ ਰਹਿਣਾ ਬਹੁਤ ਔਖਾ, ਮਹਾਰਾਜ ਦੇ ਹੁਕਮ ਮੰਨਣੇ ਬੜੇ ਔਖੇ ਆ। ਗੁਰੂ ਸਾਹਿਬ ਨੇ 52 ਬਚਨ ਕਰਤੇ, ਜਾਂ ਹੋਰ ਮਹਾਰਾਜ ਦੀ ਬਾਣੀ ਵਿੱਚ ਫਰਮਾਨ ਆ, ਸਾਥੋਂ ਕਮਾਏ ਨਹੀਂ ਜੀ ਜਾਂਦੇ। ਗੱਲ ਇਹ ਆ ਵੀ ਪਹਿਲਾ ਕਦਮ ਅੱਧੀ ਯਾਤਰਾ, ਇੱਕ ਕਦਮ ਗੁਰੂ ਵੱਲ ਆਉਂਗੇ, ਗੁਰੂ ਕਰੋੜਾਂ ਕਦਮ ਆਵੇਗਾ। ਤੁਸੀਂ ਚੱਲ ਕੇ ਤਾਂ ਵੇਖੋ। ਬਾਣੀ ਪੜ੍ਹਦੇ ਕਿ ਇੱਕ ਦੂਜੇ ਨਾਲ ਜੋਤ ਲਾਉਂਦੇ ਗੱਲਾਂ ਵੀ ਕਰੀ ਜਾਂਦੇ ਆ। ਦੇਖੋ ਜੀ, ਕਈ ਜੋਤ ਜਗਾਉਂਦੇ ਆ, ਉਹ ਗੱਲਾਂ ਵੀ ਨਾਲ ਹੀ ਕਰ ਰਹੇ ਹੁੰਦੇ ਆ। ਜੋਤ ਜਗਾਉਣ ਸਮੇਂ ਤਾਂ ਪੂਰਾ ਧਿਆਨ ਸਾਡਾ, ਸੁਰਤ ਸਾਡੀ ਗੁਰੂ ਵੱਲ ਹੋਣੀ ਚਾਹੀਦੀ ਹੈ।
ਜੋਤ ਜਗਾਉਣ ਸਮੇਂ ਗੱਲਾਂ ਕਰਨ ਦਾ ਕੀ ਮਤਲਬ? ਕਈ ਬੱਚਿਆਂ ਨੂੰ ਵਿੱਚੇ ਆਵਾਜ਼ਾਂ ਮਾਰੀ ਜਾਂਦੇ ਆ, ਵਿੱਚੇ ਗੱਲਾਂ ਕਰੀ ਜਾਂਦੇ ਆ, ਫਿਰ ਇਹਦਾ ਜਿਹੜਾ ਫਲ ਮਿਲੂਗਾ, ਹਾਂ ਸਿਰਫ 5-10 ਪੈਸੇ ਮਿਲ ਜੂਗਾ ਵੀ ਚਲੋ ਕਮ ਸੇ ਕਮ ਗੁਰੂਆਂ ਦੇ ਨਾਂ 'ਤੇ ਜੋਤ ਤਾਂ ਜਗਾਈ। ਪਰ ਜੇ ਅਸੀਂ ਚਾਹੁੰਦੇ ਹਾਂ 100 ਪੈਸੇ ਮਹਾਤਮ ਲੈਣਾ, ਪ੍ਰਾਪਤੀ ਕਰਨੀ, ਜ਼ਰੂਰੀ ਆ ਇਕਾਗਰ ਚਿੱਤ ਹੋ ਕੇ ਇਹ ਜੋਤ ਜਗਾਈ ਜਾਵੇ, ਸਫਾਈ ਰੱਖੀ ਜਾਵੇ। ਉਹ ਜਿਹੜੇ ਤਾਂਤਰਿਕ ਹਨ ਉਹਨਾਂ ਵੱਲੋਂ ਜਿਹੜੀਆਂ ਦਿੱਤੀਆਂ ਚੀਜ਼ਾਂ, ਇਹਨਾਂ ਨੂੰ ਸੁੱਟਣਾ ਚਾਹੀਦਾ ਘਰੋਂ ਬਾਹਰ। ਭਾਈ ਮੰਝ ਜੀ ਕਬਰ ਦੇ ਪੁਜਾਰੀ ਸੀ ਪਹਿਲਾਂ, ਪੜ੍ਹੋ ਉਹਨਾਂ ਦਾ ਜੀਵਨ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆਏ ਵੀ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ ਸੀ? ਭਾਈ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਜਾਂ ਤਾਂ ਤੁਸੀਂ ਸਾਡੇ ਸਿੱਖ ਬਣੋਗੇ ਜਾਂ ਫਿਰ ਲਾਲਾਂ ਵਾਲੇ ਪੀਰ ਦੇ। ਜਿਹਨੂੰ ਵੀ ਉਹ ਮੰਨਦੇ ਸੀ ਤਾਂ ਉਹ ਆਖਿਆ ਵੀ ਨਹੀਂ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਸਾਹਿਬ ਜੀ ਨੇ ਆਖਿਆ ਫਿਰ ਉਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ। ਦੇਖੋ ਇੱਕ ਤਾਂ ਹੁੰਦੇ ਆ ਧਰਮ, ਜਿਵੇਂ ਸਿੱਖ ਧਰਮ ਆ, ਬੁੱਧ ਧਰਮ ਆ, ਸਨਾਤਨ ਧਰਮ ਆ ਅਤੇ ਮੁਸਲਿਮ ਧਰਮ ਆ। ਇੱਕ ਹੁੰਦੀਆਂ ਧਰਮ ਦੇ ਵਿੱਚ ਮਨਮਤਾਂ, ਹਰ ਧਰਮ ਦੇ ਵਿੱਚ ਹੁੰਦੀਆਂ ਨੇ। ਜਿਵੇਂ ਕਿ ਸਿੱਖ ਦੇ ਵਿੱਚ ਡੇਰਾਵਾਦ ਆ, ਸਾਧ ਸੰਗਤ ਜੀ, ਇੱਦਾਂ ਹੀ ਬਹੁਤ ਚੀਜ਼ਾਂ ਹੁੰਦੀਆਂ। ਇਸਲਾਮ ਦੇ ਵਿੱਚ ਵੀ ਬਹੁਤ ਨੇ, ਸਨਾਤਨ ਦੇ ਵਿੱਚ ਵੀ ਬਹੁਤ ਹੋਣਗੀਆਂ। ਤਾਂ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ। ਫਿਰ ਭਾਈ ਮੰਝ ਜੀ ਨੇ ਸਾਰੀਆਂ ਚੀਜ਼ਾਂ ਛੱਡੀਆਂ। ਗੁਰੂ ਸਾਹਿਬ ਦੇ ਅੱਜ ਪਿਆਰੇ ਸਿੱਖ ਆ, ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹੂਗਾ। ਮੈਂ ਇੱਥੇ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਕਿਹੜੀ ਚੀਜ਼ ਰੱਖਣੀ ਆ, ਕਿਹੜੀ ਚੀਜ਼ ਨਹੀਂ ਰੱਖਣੀ, ਇਹ ਤਾਂ ਅਸੀਂ ਬਹੁਤ ਧਿਆਨ ਦੇ ਨਾਲ ਦੇਖਣਾ ਹੈ। ਜੋਤ ਜਗਾਉਣ ਵਾਲੇ ਕਮਰੇ ਦੇ ਵਿੱਚ ਵੈਸੇ ਤਾਂ ਇਹ ਜਿਹੜਾ ਕਮਰਾ ਅਲੱਗ ਹੀ ਹੋਣਾ ਚਾਹੀਦਾ, ਪਰ ਕਈ ਗਰੀਬ ਆ, ਮੈਂ ਪਹਿਲਾਂ ਕਹਿ ਰਿਹਾ, ਐਸੇ ਪਰਿਵਾਰ ਆ, ਮੱਧ ਵਰਗੀ ਨੇ, ਉਹ ਨਹੀਂ ਇਹ ਚੀਜ਼ ਕਰ ਸਕਦੇ। ਪਰ ਸ਼ਰਧਾ ਤਾਂ ਉਹਨਾਂ ਦੇ ਮਨ ਵਿੱਚ ਹੀ ਆ, ਸ਼ਰਧਾ ਤਾਂ ਉਹਨਾਂ ਦੇ ਮਨ ਵਿੱਚ ਵੀ ਆ। ਅਮੀਰ ਤਾਂ ਜਿਹੜੇ ਆ ਵੱਖਰਾ ਕਮਰਾ ਬਣਾ ਲੈਂਦੇ ਆ, ਉੱਪਰ ਚੁਬਾਰਾ ਪਾ ਲੈਂਦੇ ਆ, ਕੋਠੀ ਵਿੱਚ ਇੱਕ ਵੱਖਰਾ ਪੂਜਾ ਜਿਹੜਾ ਘਰ ਆ ਬਣਾ ਲੈਂਦੇ ਆ। ਗਰੀਬ ਬੰਦਾ ਕੀ ਕਰੇਗਾ? ਗਰੀਬਾਂ ਨੂੰ ਨਹੀਂ ਇਹ ਅਧਿਕਾਰ ਵੀ ਉਹ ਜੋਤ ਨਹੀਂ ਜਗਾ ਸਕਦੇ? ਬਿਲਕੁਲ ਜਗਾ ਸਕਦੇ। ਗਰੀਬਾਂ ਨੂੰ ਤਾਂ ਪਰਮਾਤਮਾ ਛੇਤੀ ਮਿਲਦਾ ਅਮੀਰਾਂ ਨਾਲੋਂ। ਅਮੀਰਾਂ ਵਿੱਚ ਹਉਮੈ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਆ ਜੀ ਭਗਤਾਂ ਦੀ, 15 ਭਗਤਾਂ ਦੀ ਬਾਣੀ ਆ। ਬਹੁਤੇ ਵਿੱਚੋਂ ਆਪ ਜੀ ਨੂੰ ਦੇਖਿਓ ਗਰੀਬ ਹੀ ਲੱਗਣਗੇ, ਜਿਨ੍ਹਾਂ ਦੇ ਘਰੇ ਲੂਣ ਵੀ ਨਹੀਂ ਸੀ ਹੁੰਦਾ ਕਦੇ। ਭਗਤ ਕਬੀਰ ਜੀ ਵੀ ਉਹਨਾਂ 'ਚੋਂ ਆ। ਤਾਂ ਬਹੁਤੇ ਭਗਤ ਜਿਹੜੇ ਆ ਮੱਧ ਵਰਗੀ ਪਰਿਵਾਰਾਂ 'ਚੋਂ ਨੇ, ਗਰੀਬੀ 'ਚ ਪਲੇ ਆ। ਭਗਤ ਰਵਿਦਾਸ ਜੀ ਦਾ ਹੀ ਤੁਸੀਂ ਵੇਖ ਲਓ, ਜੁੱਤੀਆਂ ਗੰਢ ਗੰਢ ਕੇ ਗੁਜ਼ਾਰਾ ਕਰਦੇ ਸੀ। ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਸਾਡੇ ਘਰੇ ਗਰੀਬੀ ਆ, ਅਸੀਂ ਜੋਤ ਨਹੀਂ ਜਗਾ ਸਕਦੇ। ਜਗਾਓਗੇ, ਜਗਾਉਣੀ ਚਾਹੀਦੀ ਆ, ਪਰ ਉਹਦੀ ਇੱਕ ਮਰਿਆਦਾ ਹੈ। ਜੇ ਘਰ ਦਾ ਇੱਕ ਕਮਰਾ ਹੀ ਆ, ਉਹਦੇ ਵਿੱਚ ਵੀ ਜੋਤ ਲਾਉਣੀ ਆ, ਉਹਦੇ ਵੀ ਨਿਯਮ ਆ, ਉਹਦੀ ਮਰਿਆਦਾ ਹੈ। ਗੱਲ ਮਰਿਆਦਾ ਦੀ ਆ, ਰਹਿਤ ਦੀ ਆ। ਰਹਿਤ ਤੋਂ ਬਿਨਾਂ ਕੋਈ ਸਿੱਖ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਮੈਨੂੰ ਰਹਿਤ ਪਿਆਰੀ ਆ, ਸਿੱਖ ਨਹੀਂ ਪਿਆਰਾ। ਇਹ ਬਹੁਤ ਵੱਡੀ ਇੱਕ ਅਵਸਥਾ ਦੀ ਗੱਲ ਆ ਵੀ ਰਹਿਤ ਬਹਿਤ ਰੱਖਣੀ। ਕਈ ਹੁੰਦੇ ਆ, ਤੁਸੀਂ ਵੇਖਿਓ ਗਰੀਬ ਪਰਿਵਾਰ ਹੁੰਦੇ ਆ, ਉਹਨਾਂ ਦੀ ਸ਼ਰਧਾ ਇੰਨੀ ਹੁੰਦੀ ਆ, ਇੰਨੀ ਜ਼ਿਆਦਾ ਸ਼ਰਧਾ ਹੁੰਦੀ ਆ, ਗੁਰੂ ਤੋਂ ਸਭ ਕੁਝ ਹੀ ਲੈ ਜਾਂਦੇ ਆ। ਕਈਆਂ ਵਿੱਚ ਸ਼ਰਧਾ ਨਹੀਂ ਹੁੰਦੀ। ਤਾਂ ਜੋਤ ਜਗਾਉਣ ਸਮੇਂ ਤੁਸੀਂ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ। ਪਹਿਲੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਤਾਂਤਰਿਕ ਜਿਹੜੇ ਆ ਇਹ ਉਹ ਚੀਜ਼ਾਂ ਦਿੰਦੇ ਆ, ਇਹਨਾਂ ਕੋਲ ਤਾਂ ਭੁੱਲ ਜਾਓ, ਉਹ ਤਾਂ ਰਾਹ ਹੀ ਛੱਡ ਦਿਓ। ਇਹ ਚੀਜ਼ ਲਿਆਂਦੀ ਵੀ ਆ, ਚਲੋ ਕੋਈ ਉਹ ਸੱਟ ਦਿਓ ਬਾਹਰ। ਦੂਜੀ ਚੀਜ਼ ਹੈ, ਕਿਉਂਕਿ ਅਸੀਂ ਇਹ ਚੀਜ਼ ਆ ਵੀ ਜੇ ਤਾਂ ਬਾਬਾ ਦੀਪ ਸਿੰਘ ਜੀ ਤੋਂ ਸ਼ਹੀਦਾਂ ਤੋਂ ਖੁਸ਼ੀ ਲੈਣੀ ਆ, ਬਾਬਾ ਨੌਜ ਸਿੰਘ ਜੀ ਤੋਂ ਖੁਸ਼ੀ ਲੈਣੀ ਆ, ਛੋਟੇ ਸਾਹਿਬਜ਼ਾਦਿਆਂ ਤੋਂ ਖੁਸ਼ੀ ਲੈਣੀ ਆ, ਗੁਰੂ ਕੇ ਸਿੱਖਾਂ ਸ਼ਹੀਦਾਂ ਤੋਂ ਪਿਆਰਿਆਂ ਤੋਂ ਖੁਸ਼ੀਆਂ ਲੈਣੀਆਂ ਨੇ, ਇਹਨਾਂ ਦੇ ਨਾਮ ਦੀ ਜੋਤ ਲਾਉਂਦੇ ਆ, ਤਾਂ ਫਿਰ ਭਾਈ ਜਿਹੜੇ ਪਾਸੇ ਗੁਰੂ ਰੋਕਦਾ ਉਹ ਛੱਡਣੇ ਪੈਣਗੇ। ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ। ਦੂਜੀ ਗੱਲ ਇਹ ਹੈ ਕਿ ਸਫਾਈ ਬੜੀ ਜ਼ਰੂਰੀ ਆ। ਅਤੇ ਬਾਕੀ ਉਹ ਜਿਹੜੇ ਮੋਮੀ ਕਾਗਜ਼ ਵਗੈਰਾ ਹੁੰਦੇ ਆ, ਜੋਤ ਦੇ ਇਰਦ ਗਿਰਦ ਜਾਂ ਕੋਈ ਕੱਪੜਾ ਨਹੀਂ ਹੋਣਾ ਚਾਹੀਦਾ। ਅਤੇ ਜੋਤ ਜਿਹੜੀ ਆ ਉੱਚੀ ਜਗ੍ਹਾ ਹੋਣੀ ਚਾਹੀਦੀ ਆ। ਹੁਣ ਨਿਵਾਣ ਵਾਲੇ ਪਾਸੇ ਨਹੀਂ ਹੋਣੀ ਚਾਹੀਦੀ। ਕਈ ਵਾਰੀ ਅਸੀਂ ਬਹੁਤ ਹੀ ਨੀਵੀਂ ਕਰਕੇ ਜੋਤ ਲਾ ਦਿੰਦੇ ਹਾਂ। ਜੋਤ ਉੱਥੇ ਲਾਓ ਜਿੱਥੇ ਛੋਟੇ ਬੱਚੇ ਦਾ ਹੱਥ ਨਾ ਪਹੁੰਚੇ, ਕਿਉਂਕਿ ਘਰਾਂ ਵਿੱਚ ਬੱਚੇ ਵੀ ਹੁੰਦੇ ਆ। ਬੱਚੇ ਕਈ ਵਾਰੀ ਪਤਾ ਨਹੀਂ ਲੱਗਦਾ, ਆਪਣਾ ਧਿਆਨ ਇੱਧਰ ਹੋ ਜਾਂਦਾ, ਕਿਉਂਕਿ ਬੱਚੇ ਜਿਹੜੇ ਆ, ਬੱਚੇ ਤਾਂ ਬੱਚੇ ਹੀ ਹੁੰਦੇ ਆ, ਉਹਨਾਂ ਦਾ ਮਨ ਚੰਚਲ ਹੁੰਦਾ, ਉਹ ਦੌੜ ਕੇ ਉੱਧਰ ਨੂੰ ਜਾਣ, ਕਿਉਂਕਿ ਉਹ ਪ੍ਰਭਾਵਿਤ ਹੋ ਸਕਦੇ ਆ ਇਹ ਜਗਦੀ ਜੋਤ ਨਾਲ, ਉਹ ਨੁਕਸਾਨ ਨਾ ਹੋ ਜੇ ਕਿਤੇ। ਤਾਂ ਮੈਂ ਕਹਿ ਰਿਹਾ ਵੀ ਮਰਿਆਦਾ ਵਿੱਚ ਜੋਤ ਲਾਉਣੀ ਚਾਹੀਦੀ ਆ।
ਗਰੀਬੀ ਅਮੀਰੀ ਦੀ ਗੱਲ ਨਹੀਂ, ਇਹ ਰਹਿਤ ਮਰਿਆਦਾ ਦੀ ਗੱਲ ਹੋ ਰਹੀ ਆ। ਜਦੋਂ ਵੀ ਜੋਤ ਲਾਓ ਨਾ, ਜੋਤ ਜਗਾਓ, ਉਦੋਂ ਮੂਲ ਮੰਤਰ ਦਾ ਜਾਪ ਨਾਲ ਨਾਲ ਕਰਨਾ ਚਾਹੀਦਾ। ਮੂਲ ਮੰਤਰ ਕਈ ਬੀਬੀਆਂ ਨਹੀਂ ਉਹਨਾਂ ਨੂੰ ਪਤਾ, ਅਨਪੜ੍ਹ ਹਨ, ਉਹ ਵਾਹਿਗੁਰੂ ਵਾਹਿਗੁਰੂ ਕਰ ਸਕਦੀਆਂ ਨੇ। ਜੇ ਤੁਸੀਂ ਇਹ ਵੀ ਨਹੀਂ ਤਾਂ ਸ਼ਾਂਤ ਚਿੱਤ ਹੋ ਕੇ ਜੋਤ ਜਗਾਉਣੀ ਚਾਹੀਦੀ ਆ, ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਅਰਦਾਸ ਵਿੱਚ ਕੀ ਮੰਗਣਾ? ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਦੱਸਦਾ, ਸਰਬੱਤ ਦਾ ਭਲਾ ਹੀ ਮੰਗਣਾ। ਤੁਸੀਂ ਆਪਣਾ ਭਲਾ ਨਹੀਂ, ਉਹ ਸਵਾਰਥ ਵਾਲੀ ਗੱਲ ਹੋ ਜੂ। ਤੁਸੀਂ ਬਸ ਕਹਿਣਾ ਵਾਹਿਗੁਰੂ ਸਰਬੱਤ ਜੀਆਂ ਦਾ ਭਲਾ ਕਰਨਾ, ਮੇਰਾ ਕਰਨੀਆਂ, ਮੈਨੂੰ ਆਪਣਾ ਬਣਾ ਲੈਣਾ। ਜਿਵੇਂ ਬਾਬਾ ਨਾਨਕ ਸਿੰਘ ਜੀ ਦੇ ਬਚਨ ਆ ਕਿ ਮੈਂ ਸੁਰਤ ਕਰਕੇ ਤੇਰੇ ਤੋਂ ਵਿਛੜਿਆ, ਮਾਲਕਾ ਕਿਰਪਾ ਕਰੋ। ਇਕਾਗਰ ਚਿੱਤ ਹੋਵੇ ਮੇਰਾ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਨਾ, ਗੁਰੂ ਨਾਲ ਗੱਲਾਂ ਵੀ ਹੋ ਜਾਣੀਆਂ ਨੇ ਅਤੇ ਜੋਤ ਵੀ ਜਗ ਜਾਣੀ ਆ। ਹਰ ਨਾਵੈ ਨਾਲ ਗੱਲਾਂ, ਹਰ ਨਾਵੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਇਵੇਂ ਤੁਸੀਂ ਜੋਤ ਜਗਾਉਂਦੇ ਜਗਾਉਂਦੇ ਗੁਰੂ ਦੇ ਨੇੜੇ ਹੋ ਜਾਓਗੇ, ਗੁਰੂ ਮਿੱਤਰ ਬਣ ਜਾਵੇਗਾ, ਪ੍ਰਾਪਤੀ ਹੋ ਜਾਵੇਗੀ। ਪਰ ਇਹ ਸਮਾਂ ਕੱਢਣਾ ਹੀ ਪੈਣਾ ਜੀ। ਤਾਂ ਸਮਾਂ ਕਿਹੜਾ ਹੋਵੇ? ਸਭ ਤੋਂ ਚੰਗਾ ਸਮਾਂ ਕਿਹੜਾ ਹੈ? ਤਾਂ ਜਦੋਂ ਰੱਬ ਯਾਦ ਆਉਂਦਾ ਉਹ ਵੇਲਾ ਚੰਗਾ ਹੀ ਹੁੰਦਾ। ਪਰ ਗੁਰੂ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਵੱਧ ਹੋਰ ਇਕਾਂਤ ਕਿਧਰੇ ਵੀ ਨਹੀਂ ਮਿਲ ਸਕਦਾ। ਬਿਲਕੁਲ ਸ਼ਾਂਤ ਵਾਤਾਵਰਨ ਹੁੰਦਾ, ਮਨ ਵਿੱਚ ਫੁਰਨੇ ਵੀ ਥੋੜ੍ਹੇ ਹੁੰਦੇ ਆ। ਸਿਮਰਨ ਕਰਦੇ ਆ, ਜੋਤ ਜਗਾਉਂਦੇ ਆ, ਛੇਤੀ ਕਿਰਪਾ ਹੋ ਜਾਂਦੀ ਆ। ਤਾਂ ਇਹ ਸਿਮਰਨ ਦੀਆਂ ਲਹਿਰਾਂ ਅੰਮ੍ਰਿਤ ਵੇਲੇ ਜਦੋਂ ਆਪਾਂ ਜਪਦੇ ਹਾਂ, ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੀਆਂ ਨੇ। ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਜਿਹੜੀ ਜੋਤ ਜਗਾਈ ਜਾਂਦੀ ਆ, ਤੁਸੀਂ ਵੇਖੋ ਇੱਕ ਜਗ੍ਹਾ 'ਤੇ ਜੋਤ ਜਗਦੀ ਆ, ਨਿਸ਼ਚਿਤ ਉਹ ਜਗ੍ਹਾ 'ਤੇ ਫਿਰ ਆਨੰਦ, ਉਹਦਾ ਆਵਾ ਮੰਡਲੀ ਹੋਰ ਤਰ੍ਹਾਂ ਦਾ ਬਣ ਜਾਂਦਾ। ਇਹ ਤੁਸੀਂ ਗੱਲ ਨੋਟ ਕਰਿਓ ਕਿ ਪੱਕੀ ਹੋਵੇ ਨਾ ਜਗ੍ਹਾ, ਬੰਦਗੀ ਵਾਲਾ ਸਥਾਨ ਹੋਵੇ, ਉੱਥੇ ਮਨ ਤੁਹਾਡਾ ਜ਼ਿਆਦਾ ਜੁੜੂਗਾ। ਜੇ ਤੁਸੀਂ ਕਦੇ ਪਾਉਂਟਾ ਸਾਹਿਬ ਗਏ ਹੋਵੋ, ਸ਼ਾਇਦ ਉੱਥੇ ਦਰਸ਼ਨ ਕੀਤੇ ਹੋਣ। ਪਾਉਂਟਾ ਸਾਹਿਬ ਅਸਥਾਨ ਆ, ਜਾਂ ਆਪਾਂ ਤਖਤਾਂ 'ਤੇ ਜਾਂਦੇ ਹਾਂ, ਹਜ਼ੂਰ ਸਾਹਿਬ ਆ, ਸ੍ਰੀ ਅਕਾਲ ਤਖਤ ਸਾਹਿਬ ਆ, ਸ੍ਰੀ ਦਮਦਮਾ ਸਾਹਿਬ ਆ, ਸ੍ਰੀ ਕੇਸਗੜ੍ਹ ਸਾਹਿਬ ਆ, ਕਿਤੇ ਵੀ ਆਪਾਂ ਜਾਈਏ ਮਨ ਬਹੁਤ ਜੁੜੇਗਾ। ਕਾਰਨ ਉੱਥੇ ਅੱਠੇ ਪਹਿਰ ਕੋਈ ਨਾ ਕੋਈ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਹੀ ਰਹਿੰਦੇ ਆ। ਕੀਰਤਨ ਹੋ ਰਿਹਾ, ਚਾਹੇ ਹਰਿਮੰਦਰ ਸਾਹਿਬ ਦੀ ਆਪਾਂ ਗੱਲ ਕਰੀਏ, ਦਰਬਾਰ ਸਾਹਿਬ ਦੀ ਕੋਈ ਬਾਣੀ ਪੜ੍ਹੀ ਜਾ ਰਹੀ ਆ, ਚਾਹੇ ਰਾਗੀ ਸਿੰਘਾਂ ਨੇ ਸਮਾਪਤੀ ਕਰਤੀ ਆ, ਸੰਗਤਾਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀਆਂ, ਜੋਤ ਜਗ ਰਹੀ ਆ। ਉੱਥੇ ਸਭ ਕੁਝ ਜੋ ਹੋ ਰਿਹਾ ਉਹ ਬਾਣੀ ਦਾ ਹੀ ਪ੍ਰਤਾਪ ਆ। ਤਾਂ ਗੁਰੂ ਸਾਹਿਬ ਜੀ ਨੇ ਜਿਹੜੀਆਂ ਚੀਜ਼ਾਂ ਸਾਨੂੰ ਮਰਿਆਦਾ ਸਿਖਾਈ ਆ, ਤਾਂ ਗੁਰਮੁਖੋ ਉਹਨੂੰ ਮੰਨਣਾ ਪਵੇਗਾ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਜ਼ਿੰਦਗੀ ਸੌਖੀ ਹੋਵੇ, ਆਨੰਦਮਈ ਹੋਵੇ, ਜੇ ਤੁਸੀਂ ਚਾਹੁੰਦੇ ਹੋ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਗੁਰੂ ਦੀ ਗੱਲ ਨੂੰ ਪੂਰਨ ਰੂਪ ਦੇ ਵਿੱਚ ਸੁਣ ਕੇ, ਮੰਨ ਕੇ, ਸੁਣਿਆ ਮੰਨਿਆ, ਮਨ ਕੀਤਾ ਭਾਉ, ਗੁਰੂ ਨਾਲ ਪ੍ਰੇਮ ਕਰਕੇ ਅੰਤਰਗਤ ਤੀਰਥ ਮਲ ਨਾਉ। ਤੀਰਥਾਂ ਵਿੱਚ ਇਸ਼ਨਾਨ ਹੋ ਜਾਵੇਗਾ। ਕਿਹੜਾ ਤੀਰਥ? ਜਿਹੜਾ ਮਨ ਆ ਤੁਹਾਡਾ ਮੈਲਾ, ਅੰਦਰ ਦਾ ਇਸ਼ਨਾਨ ਹੋ ਜਾਵੇਗਾ। ਤਾਂ ਇਹ ਜੋ ਤਿੰਨ ਗੱਲਾਂ ਮੈਂ ਆਪ ਜੀ ਨੂੰ ਦੱਸੀਆਂ, ਇਹ ਕਦੇ ਨਹੀਂ ਜੋਤ ਜਗਾਉਣ ਸਮੇਂ ਗਲਤੀ ਕਰਨੀ। ਜੇ ਤੁਸੀਂ ਕੀਤੀਆਂ ਨੇ ਕੋਈ ਗੱਲ ਨਹੀਂ, ਉਹ ਤਾਂ ਅੱਗੇ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਗੁਰੂ ਸਾਹਿਬ ਦਾ ਬਿਰਧ ਦਾ ਸੁਭਾਅ, ਨੀਵੇਂ ਹੋ ਕੇ ਮਾਫੀ ਮੰਗਾਂਗੇ, ਗੁਰੂ ਪਾਤਸ਼ਾਹ ਜੀ ਮਾਫ ਕਰ ਦਿੰਦੇ ਆ। ਹਮੇਸ਼ਾ ਹੀ ਗੁਰੂ ਦਾ ਸੁਭਾਅ ਇਹ ਰਿਹਾ। ਜਿਹੜੇ ਗੁਰੂ ਦਾ ਤੁਸੀਂ ਮਰਜ਼ੀ ਇਤਿਹਾਸ ਪੜ੍ਹ ਲਓ, ਮਹਾਰਾਜ ਨੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ, ਉਹਨਾਂ ਦੇ ਗੁਨਾਹਾਂ ਨੂੰ ਵੀ ਮਾਫ ਕੀਤਾ। ਆਪਾਂ ਵੀ ਕਹਿ ਦਈਏ ਜੀ ਵਾਹਿਗੁਰੂ, ਜਿੰਨਾ ਸਮੁੰਦਰ 'ਚ ਪਾਣੀ ਉਹਨੇ ਮੇਰੇ ਚੌਗਣ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਰਹਿਮਤ ਕਰੋ, ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰ ਦਿੱਤਾ। ਤਾਂ ਆਪਣੇ ਹੀ ਘਰ ਦੇ ਵਿੱਚ ਭਾਈ ਉਹ ਕਮਰਾ ਐਸਾ ਜੇ ਵੱਖਰਾ ਹੋਵੇ, ਜਿੱਥੇ ਭਜਨ ਬੰਦਗੀ ਹੋਵੇ, ਪੋਥੀ ਸਾਹਿਬ ਦਾ ਪ੍ਰਕਾਸ਼ ਹੋਵੇ, ਜੋਤ ਜਗ ਰਹੀ ਹੋਵੇ, ਉਹ ਗੱਲ ਹੀ ਉਹਦੀ ਵੱਖਰੀ ਆ। ਪਰ ਜੇ ਨਹੀਂ ਵੀ ਕਮਰਾ, ਫਿਰ ਬਾਕੀ ਜਿਹੜੀ ਰਹਿਤ ਮਰਿਆਦਾ ਉਹਦਾ ਤੁਸੀਂ ਧਿਆਨ ਰੱਖਣਾ। ਕੋਈ ਸ਼ਰਾਬ ਜਿਹੜੀ ਆ ਨਾ, ਸੇਵਨ ਕਰਕੇ ਉਹ ਕਮਰੇ ਦੇ ਅੰਦਰ ਨਾ ਆਵੇ, ਇਹਦਾ ਵੀ ਖਾਸ ਖਿਆਲ ਰੱਖਣਾ। ਹੋਰ ਵੀ ਬਹੁਤ ਚੀਜ਼ਾਂ ਹਨ, ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਨਸ਼ੀਲੀ ਵਰਤੂ ਜਿਹੜੀ ਆ
ਨਸ਼ੀਲੀ ਜਿਹੜੀ ਵਸਤੂ ਆ ਉਹਦੀ ਵਰਤੋਂ ਕਰਕੇ ਅੰਦਰ ਨਹੀਂ ਆਉਣਾ ਚਾਹੀਦਾ, ਨਾ ਕੋਈ ਨਸ਼ੀਲੀ ਵਸਤੂ ਉੱਥੇ ਰੱਖਣੀ ਚਾਹੀਦੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ ਤਾਂ ਇਹ ਗੱਲਾਂ ਤੁਸੀਂ ਭਾਈ ਕਮਾਓਗੇ। ਗੁਰੂ ਸਾਹਿਬ, ਗੁਰੂ ਦੇ ਸ਼ਹੀਦ ਸਿੰਘ ਤੁਹਾਡੇ ਤੇ ਬਹੁਤ ਮਿਹਰਾਂ ਕਰ ਦੇਣਗੇ। ਭੁੱਲ ਚੁੱਕ ਦੀ ਖਿਮਾ ਜੀ। ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਈਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।